ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਅਸ਼ਟਪਦੀ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ। ਸਾਸ ਸਾਸ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਤੂਰ ਮਨ ਮੰਗ। ਆਪ ਛੋੜ ਬੇਨਤੀ ਕਰਹੁ, ਸਾਧ ਸੰਗ ਅਗਨ ਸਾਗਰ ਤਰਹੁ। ਹਰ ਧਨ ਕੇ ਭਰ ਲੇਹੁ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਸ਼ਲੋਕ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਅਵਤਾਰ ਧਾਰਨਾ ਕੀਤਾ ਹੈ। ਉਸ ਪਾਵਨ ਗੁਰੂ ਅਵਤਾਰ ਨੂੰ ਧਾਰਨ ਕਰਕੇ ਜੋ ਜੋ ਮਹਾਨ ਪਰਉਪਕਾਰ ਕੀਤੇ ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਨੇ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਇੱਕ ਅਮੋਲਕ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਹੜਾ ਕਦੀ ਮੁੱਕਣ ਵਾਲਾ ਵੀ ਨਹੀਂ ਹੈ, ਕਦੀ ਘਟਣ ਵਾਲਾ ਵੀ ਨਹੀਂ ਹੈ, ਕਦੀ ਨਾਸ ਹੋਣ ਵਾਲਾ ਵੀ ਨਹੀਂ ਹੈ। ਇਹ ਐਸਾ ਗੁਰਬਾਣੀ ਦਾ ਵਡਮੁੱਲਾ ਖਜ਼ਾਨਾ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਸ ਦੇ ਕਾਰਨ ਅਸੀਂ ਸਾਰੇ ਸੰਸਾਰ ਦੇ ਵਿੱਚ ਆਪਣਾ ਸਿਰ ਮਾਣ ਦੇ ਨਾਲ ਉੱਚਾ ਕਰਕੇ ਚੱਲ ਸਕਦੇ ਹਾਂ। ਕਿਉਂ ਜਿੰਨੇ ਵੀ ਦੁਨੀਆ ਦੇ ਤਮਾਮ ਧਰਮ ਹਨ ਅਥਵਾ ਧਰਮ ਗ੍ਰੰਥ ਹਨ, ਉਹਨਾਂ ਸਾਰਿਆਂ ਤੋਂ ਸਰਵੋਤਮ ਸਿੱਖ ਧਰਮ ਹੈ, ਖਾਲਸਾ ਪੰਥ ਹੈ ਅਤੇ ਸਰਵੋਤਮ ਧਰਮ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ। ਭਾਵੇਂ ਠੀਕ ਹੈ ਬਹੁਤੀ ਦੁਨੀਆ ਨੂੰ ਇਸ ਗੱਲ ਦਾ ਹਾਲੇ ਪਤਾ ਨਹੀਂ, ਬਹੁਤ ਸਾਰੇ ਸਿਆਣੇ ਲੋਕ ਧਾਰਮਿਕ ਤੌਰ ਤੇ ਇਕੱਤਰ ਹੋਣ ਦਾ ਯਤਨ ਕਰ ਰਹੇ ਹਨ, ਪਰ ਜਦੋਂ ਸਾਰੇ ਧਰਮਾਂ ਦੇ ਵਿਦਵਾਨ ਇੱਕ ਦਿਨ ਇਕੱਠੇ ਹੋਣਗੇ ਔਰ ਉਹਨਾਂ ਦੇ ਵਿੱਚ ਇਹ ਵੀ ਗੱਲ ਚੱਲੇਗੀ, ਦੁਨੀਆ ਦੇ ਤਮਾਮ ਧਰਮਾਂ ਦੇ ਵਿੱਚੋਂ ਅਸਲੀ ਧਰਮ ਕਿਹੜਾ ਸ੍ਰੇਸ਼ਟ ਹੈ, ਸਾਰੇ ਧਰਮ ਗ੍ਰੰਥਾਂ ਵਿੱਚੋਂ ਸਰਵੋਤਮ ਧਰਮ ਗ੍ਰੰਥ ਕਿਹੜਾ ਹੈ, ਤਾਂ ਉਹ ਮਾਣ ਸਿੱਖ ਧਰਮ ਦੇ
ਖਾਲਸਾ ਪੰਥ ਨੂੰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਾਪਤ ਹੋਵੇਗਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਐਸੀ ਅਮੋਲਕ ਦਾਤ ਬਖਸ਼ਿਸ਼ ਕੀਤੀ ਹੈ ਜੋ ਸਾਰੀ ਮਨੁੱਖਤਾ ਲਈ ਇਹ ਇੱਕ ਸਾਂਝੀ ਦਾਤ ਹੈ। ਸਾਹਿਬ ਸਤਿਗੁਰੂ ਦੀ ਪਵਿੱਤਰ ਬਾਣੀ ਨੂੰ ਕੇਵਲ ਸਿੱਖ ਹੀ ਨਹੀਂ, ਗੈਰ ਸਿੱਖ ਵੀ ਕੋਈ ਵੀ ਹੋਰ ਪੜ੍ਹ ਸਕਦਾ ਹੈ। ਇਹ ਗੁਰਬਾਣੀ ਇੱਕ ਕਾਮਧੇਨ ਹੈ। ਕੋਈ ਵੀ ਭਾਵਨਾ, ਕੋਈ ਵੀ ਇੱਛਾ ਲੈ ਕੇ ਆਪਾਂ ਗੁਰਬਾਣੀ ਦੇ ਨਾਲ ਜੁੜ ਜਾਈਏ ਤੇ ਸਤਿਗੁਰੂ ਦੀ ਬਾਣੀ ਸਭ ਦੀਆਂ ਮੁਰਾਦਾਂ ਵੀ ਪੂਰੀਆਂ ਕਰਦੀ ਹੈ ਅਤੇ ਇਸ ਦੇ ਨਾਲ ਨਾਲ ਬ੍ਰਹਮ ਗਿਆਨ ਵੀ ਬਖਸ਼ਿਸ਼ ਕਰਦੀ ਹੈ। ਸੋ ਆਪ ਸੰਗਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਰਚਨਾ ਸੁਖਮਨੀ ਸਾਹਿਬ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ। ਇਸ ਪਵਿੱਤਰ ਬਾਣੀ ਦੀਆਂ 24 ਸ਼ਲੋਕ ਤੇ 24 ਅਸ਼ਟਪਦੀਆਂ ਹਨ। 24,000 ਇਸ ਦੀ ਅੱਖਰ ਵੀ ਮੰਨੇ ਗਏ ਨੇ। ਹੋ ਸਕਦਾ ਹੈ ਕੁਝ ਉਹਨਾਂ ਦੀ ਗਿਣਤੀ ਵਿੱਚ ਕੁਝ ਫਰਕ ਵੀ ਹੋਵੇ, ਪਰ ਇੱਕ ਗੱਲ ਪੱਕੀ ਹੈ, ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬਾਣੀ ਦਾ ਰੋਜ਼ਾਨਾ ਪਾਠ ਕਰਦਾ ਹੈ, ਇਹ ਬਾਣੀ ਸੁਖਮਣੀ, ਸੁਖਾਂ ਦੀ ਮਣੀ ਹੈ। ਉਸ ਦੇ ਮਨ ਨੂੰ ਜ਼ਰੂਰ ਸੁਖ ਦਿੰਦੀ ਹੈ। ਭਾਵਨਾ ਤੇ ਭਰੋਸੇ ਦੇ ਨਾਲ ਬਾਣੀ ਪੜ੍ਹ ਕੇ ਦੇਖੋ ਤੇ ਫਿਰ ਸਤਿਗੁਰੂ ਦੀ ਕਿੰਨੀ ਛੇਤੀ ਕਿਰਪਾ ਹੁੰਦੀ ਹੈ। ਪਰ ਮਨੁੱਖ ਦਾ ਮਨ ਡਾਵਾਂ ਡੋਲ ਰਹਿੰਦਾ ਹੈ। ਪਰ ਜਦੋਂ ਅਸੀਂ ਪੂਰਨ ਭਰੋਸਾ ਕਰ ਲਈਏ ਕਿ ਸਤਿਗੁਰੂ ਦੀ ਬਾਣੀ ਹੀ ਸਾਡੇ ਲਈ ਸਭ ਕੁਝ ਹੈ, ਫਿਰ ਸਤਿਗੁਰੂ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਸਾਡੀਆਂ ਸਭ ਕਾਮਨਾ ਤੇ ਸਾਰੇ ਕਾਰਜ ਸੰਪੂਰਨ ਕਰ ਦਿੰਦੀ ਹੈ। ਲੋ ਇਸ ਬਾਣੀ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਹਨ, ਉਹ ਆਪ ਸੰਗਤਾਂ ਸਰਵਣ ਕਰਦੇ ਰਹੇ ਹੋ। ਅੱਜ ਜੋ ਅਖੀਰਲਾ ਸ਼ਲੋਕ ਦੀ ਅਸ਼ਟਪਦੀ ਹੈ, ਉਹਦੀ ਵਿਚਾਰ ਆਰੰਭ ਹੋ ਰਹੀ ਹੈ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਮ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਜਿਸ ਮਨੁੱਖ ਨੇ, ਜਿਸ ਗੁਰਸਿੱਖ ਮਾਈ ਭਾਈ ਨੇ ਉਸ ਪੂਰੇ ਪ੍ਰਭੂ ਨੂੰ ਆਰਾਧਿਆ ਹੈ। ਕਿਸ ਤਰ੍ਹਾਂ? ਪੂਰਾ ਜਾ ਕਾ ਨਾਉ, ਜਿਸ ਵਾਹਿਗੁਰੂ ਦਾ ਨਾਮ ਵੀ ਪੂਰਾ ਹੈ, ਉਹ ਵਾਹਿਗੁਰੂ ਆਪ ਵੀ ਪੂਰਾ ਹੈ, ਉਹਦਾ ਨਾਮ ਵੀ ਪੂਰਾ ਹੈ। ਇਹਦਾ ਮਤਲਬ ਇਹ ਹੈ, ਉਹ ਅਕਾਲ ਪੁਰਖ ਵਾਹਿਗੁਰੂ ਵੀ ਸਾਰੀਆਂ ਸਿਫਤਾਂ ਦਾ ਭੰਡਾਰ ਹੈ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਸਾਰੀਆਂ ਵਡਿਆਈਆਂ ਦਾ ਇੱਕ ਬਹੁਤ ਵੱਡਾ ਭੰਡਾਰ ਹੈ। ਕਿਉਂਕਿ ਨਾਮ ਤੇ ਨਾਮੀ ਦੋਵੇਂ ਇੱਕ ਰੂਪ ਹਨ। ਨਾਮ ਤੇ ਨਾਮੀ ਹਮੇਸ਼ਾ ਲਈ ਅਭੇਦ ਰਹਿੰਦੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਲਈ ਫਰਮਾਉਂਦੇ ਹਨ ਕਿ ਜਿਸ ਮਨੁੱਖ ਨੇ ਉਸ ਪੂਰੇ ਪ੍ਰਭੂ ਨੂੰ ਆਰਾਧਿਆ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਵੀ ਪੂਰਾ ਹੈ, ਉਸ ਨਾਮ ਦੀ ਟੇਕ ਲੈ ਕੇ, ਉਸ ਨਾਮ ਦਾ ਓਟ ਆਸਰਾ ਲੈ ਕੇ ਜਿਸ ਨੇ ਉਸ ਪੂਰੇ ਪ੍ਰਭੂ ਨੂੰ ਆਰਾਧਿਆ ਹੈ, ਉਸ ਨੂੰ ਫਲ ਕੀ ਪ੍ਰਾਪਤ ਹੋਇਆ? ਹਜ਼ੂਰ ਅੱਗੇ ਫਰਮਾਉਂਦੇ ਹਨ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਨਾਨਕ ਪੂਰਾ ਪਾਇਆ, ਉਸਨੇ ਫਿਰ ਪੂਰਾ ਗਿਆਨ, ਪੂਰਾ ਆਨੰਦ ਪ੍ਰਾਪਤ ਕਰ ਲਿਆ।
ਭਾਵ ਜਿਸਨੇ ਪੂਰੇ ਨਾਮ ਦੁਆਰਾ ਪੂਰੇ ਪ੍ਰਭੂ ਨੂੰ ਆਰਾਧਿਆ ਹੈ ਤੇ ਫਿਰ ਉਸਨੇ ਉਸ ਦਾ ਫਲ ਪੂਰਨ ਗਿਆਨ ਤੇ ਪੂਰਨ ਆਨੰਦ ਪ੍ਰਾਪਤ ਕਰ ਲਿਆ। ਪੂਰੇ ਕੇ ਗੁਣ ਗਾਓ। ਹਜ਼ੂਰ ਕਹਿੰਦੇ ਫਿਰ ਉਹ ਪੂਰੇ ਪ੍ਰਭੂ ਦੇ ਲਗਾਤਾਰ ਹੀ ਗੁਣ ਗਾਉਂਦਾ ਰਹਿੰਦਾ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜੇ ਗੁਰਸਿੱਖਾਂ ਨੂੰ ਵੀ ਕਹਿੰਦੇ ਨੇ, ਗੁਰਮੁਖੋ ਤੁਸੀਂ ਵੀ ਪੂਰੇ ਪ੍ਰਭੂ ਦੇ ਗੁਣ ਗਾਓ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰੋ, ਕਿਉਂਕਿ ਉਹੀ ਇਸ ਦੇ ਯੋਗ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਵਡਿਆਈਆਂ ਬਹੁਤ ਵੱਡੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਤੁਸੀਂ ਉਸ ਪੂਰੇ ਪ੍ਰਭੂ ਦੇ ਗੁਣ ਗਾਓ ਤੇ ਗੁਣ ਗਾਉਣ ਦੇ ਨਾਲ ਤੁਹਾਨੂੰ ਬਹੁਤ ਲਾਭ ਪ੍ਰਾਪਤ ਹੋਣਗੇ। ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼। ਲੋ ਹੁਣ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਪੂਰੇ ਗੁਰ ਕਾ ਸੁਣ ਉਪਦੇਸ਼। ਸਤਿਗੁਰੂ ਕਹਿੰਦੇ ਨੇ ਕਿ ਐ ਮਨਾ ਤੂੰ ਪੂਰੇ ਗੁਰੂ ਦਾ ਉਪਦੇਸ਼ ਸਰਵਣ ਕਰ, ਕਿਉਂਕਿ ਪਹਿਲਾਂ ਤੇ ਉਸ ਅਕਾਲ ਪੁਰਖ ਨੂੰ ਪੂਰਾ ਆਖਿਆ, ਫਿਰ ਉਸ ਦੇ ਨਾਮ ਨੂੰ ਪੂਰਾ ਆਖਿਆ, ਫਿਰ ਉਸ ਦਾ ਪੂਰਾ ਫਲ ਪੂਰਨ ਗਿਆਨ ਤੇ ਪੂਰਨ ਆਨੰਦ ਨੂੰ ਆਖਿਆ ਹੈ। ਹੁਣ ਚੌਥੇ ਨੰਬਰ ਤੇ ਸਤਿਗੁਰੂ ਗੁਰੂ ਨੂੰ ਪੂਰਾ ਬਿਆਨ ਕਰਦੇ ਹਨ, ਕਿਉਂਕਿ ਪੂਰਾ ਗੁਰੂ ਉਸ ਪੂਰਨ ਪ੍ਰਭੂ ਦਾ ਹੀ ਰੂਪ ਹੈ। ਪੂਰਾ ਪ੍ਰਭ ਆਰਾਧਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪੂਰੇ ਗੁਰ ਕਾ ਸੁਣ ਉਪਦੇਸ਼। ਐ ਮਨਾ ਤੂੰ ਹੁਣ ਉਸ ਪੂਰੇ ਗੁਰੂ ਦਾ ਉਪਦੇਸ਼ ਸਰਵਣ ਕਰ। ਪੂਰਾ ਗੁਰੂ ਵੀ ਉਹ ਹੈ ਜਿਸ ਨੇ ਉਸ ਪੂਰਨ ਪ੍ਰਭੂ ਦੇ ਪੂਰਨ ਗਿਆਨ ਨੂੰ ਪ੍ਰਾਪਤ ਕੀਤਾ ਹੋਵੇ। ਜਿਵੇਂ ਹਜ਼ੂਰ ਨੇ ਪਿੱਛੇ ਵੀ ਆਖਿਆ ਸੀ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਤਿਸਕਾ ਸੰਗ ਸਿਖੁਦਰੈ ਨਾਨਕ ਹਰ ਗੁਣ ਗਾਓ। ਇੱਥੇ ਹਜ਼ੂਰ ਕਹਿੰਦੇ ਨੇ ਵੀ ਪੂਰੇ ਗੁਰੂ ਦਾ ਉਪਦੇਸ਼ ਸਰਵਣ ਕਰ। ਪਾਰ ਬ੍ਰਹਮ ਨਿਕਟ ਕਰ ਪੇਖ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਦੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਆਪਣੇ ਨੇੜੇ ਵੇਖ। ਪੂਰੇ ਗੁਰੂ ਦਾ ਉਪਦੇਸ਼ ਵੀ ਸੁਣ ਤੇ ਨਾਲ ਇਸ ਗੱਲ ਨੂੰ ਹਮੇਸ਼ਾ ਲਈ ਧਾਰਨ ਕਰ ਕਿ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਮੇਰੇ ਅੰਗ ਸੰਗ ਵਸ ਰਿਹਾ ਹੈ, ਹਮੇਸ਼ਾ ਮੇਰੇ ਨੇੜੇ ਵਸ ਰਿਹਾ ਹੈ। ਸਦਾ ਅੰਗ ਸੰਗੇ ਭੰਗੰਗ ਪਪੂਤੇ। ਐਸੀ ਭਾਵਨਾ ਤੇ ਐਸਾ ਭਰੋਸਾ ਧਾਰਨ ਕਰਕੇ ਉਸ ਨੂੰ ਹਮੇਸ਼ਾ ਆਪਣੇ ਨੇੜੇ ਵੇਖ। ਸਾਸ ਸਾਸ ਸਿਮਰਹੁ ਗੋਬਿੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਸਵਾਸ ਸਵਾਸ ਨਾਲ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਵੀ ਕਰ। ਭਾਵ ਕੇਵਲ ਰਸਨਾ ਤੋਂ ਹੀ ਨਾਮ ਨਹੀਂ ਜਪਣਾ, ਸਵਾਸ ਸਵਾਸ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਮਨ ਅੰਤਰ ਕੀ ਉਤਰੈ ਚਿੰਦ। ਇਹਦਾ ਫਲ ਕੀ ਹੋਵੇਗਾ? ਹਜ਼ੂਰ ਕਹਿੰਦੇ ਜੋ ਵੀ ਤੁਹਾਡੇ ਮਨ ਦੀ ਚਿੰਤਾ ਹੈ, ਚਿੰਤ ਦਾ ਅਰਥ ਚਿੰਤਾ, ਜੋ ਵੀ ਤੁਹਾਡੇ ਮਨ ਦੀ ਚਿੰਤਾ ਹੈ ਉਹ ਸਾਰੀ ਉਤਰ ਜਾਵੇਗੀ, ਕਿਉਂਕਿ ਹਰ ਇੱਕ ਮਨੁੱਖ ਚਿੰਤਾ ਵਿੱਚ ਗ੍ਰਸਿਆ ਹੋਇਆ ਹੈ। ਇੱਕ ਥਾਂ ਤੇ ਹੋਰ ਸਤਿਗੁਰੂ ਦੇ ਬਚਨ ਆਏ ਹਨ, ਚਿੰਤਤ ਹੀ ਦੀਸੈ ਸਭ ਕੋਏ, ਚੇਤਾ ਹੈ ਏਕ ਤਹੀਂ ਸੁਖ ਹੋਏ। ਹਰ ਆਦਮੀ ਕਿਸੇ ਨਾ ਕਿਸੇ ਚਿੰਤਾ ਦੇ ਵਿੱਚ ਗ੍ਰਸਿਆ ਹੋਇਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜਾ ਮਨੁੱਖ ਕਿਸੇ ਚਿੰਤਾ ਦੇ ਵਿੱਚ ਗ੍ਰਸਿਆ ਹੋਇਆ ਹੈ ਤੇ ਉਹ ਹਮੇਸ਼ਾ ਲਈ ਉਹ ਇੱਕ ਬਿਮਾਰ ਮਨੁੱਖ ਹੁੰਦਾ ਹੈ। ਭਾਵੇਂ ਠੀਕ ਹੈ ਸਰੀਰ ਕਰਕੇ ਉਹ ਦੇਖਣ ਨੂੰ ਅਰੋਗ ਵੀ ਜਾਪ ਰਿਹਾ ਹੋਵੇ, ਪਰ ਜਿਸ ਨੂੰ ਚਿੰਤਾ ਦਾ ਮਾਨਸਿਕ ਰੋਗ ਚਿੰਬੜਿਆ ਹੋਵੇ ਉਹ ਮਾਨਸਿਕ ਤੌਰ ਤੇ ਬਿਮਾਰ ਹੀ ਹੁੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਦੋਂ ਤੂੰ ਸਵਾਸ ਸਵਾਸ ਨਾਲ ਉਸ ਵਾਹਿਗੁਰੂ ਦਾ ਸਿਮਰਨ ਕਰੇਗਾ, ਮਨ ਅੰਤਰ ਕੀ ਉਤਰੈ ਚਿੰਦ, ਤੇਰੇ ਮਨ ਦੇ ਅੰਦਰ ਦੀ ਸਾਰੀ ਚਿੰਤਾ ਵੀ ਦੂਰ ਹੋ ਜਾਵੇਗੀ। ਸਿਆਣੇ ਪੁਰਸ਼ਾਂ ਨੇ ਚਿੰਤਾ ਨੂੰ ਚਿਖਾ ਦੇ ਨਾਲ ਤਸ਼ਬੀਹ ਦਿੱਤੀ ਹੈ। ਜਿਵੇਂ ਜਦੋਂ ਸਰੀਰ ਨਾਸ ਹੁੰਦਾ ਹੈ ਤਾਂ ਇਸ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ, ਪਰ
ਸਰੀਰ ਤਾਂ ਇੱਕ ਦਿਨ ਹੀ ਚਿਖਾ ਦੇ ਵਿੱਚ ਸੜਦਾ ਹੈ, ਪਰ ਇਸ ਚਿੰਤਾ ਦੀ ਚਿਖਾ ਦੇ ਵਿੱਚ ਮਨ ਹਮੇਸ਼ਾ ਹੀ ਸੜਦਾ ਰਹਿੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਦੋਂ ਤੂੰ ਸਵਾਸ ਵਾਹਿਗੁਰੂ ਦਾ ਸਿਮਰਨ ਕਰੇਗਾ, ਤੇਰੇ ਮਨ ਅੰਦਰ ਦੀ ਸਾਰੀ ਚਿੰਤਾ ਲੈ ਜਾਵੇਗੀ। ਆਸ ਅਨਿਤ ਤਿਆਗਹੁ ਤਰੰਗ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦੇ ਰਹੇ ਹਨ। ਮਨ ਨੂੰ ਕਹਿੰਦੇ ਨੇ ਆਸ ਅਨਿਤ। ਅਨਿਤ ਦਾ ਅਰਥ ਹੈ ਵੀ ਜੋ ਹਮੇਸ਼ਾ ਰਹਿਣ ਵਾਲੀ ਨਹੀਂ। ਭਾਵ ਜਿਹੜੀਆਂ ਝੂਠੀਆਂ ਅਵਸਥਾ ਨੇ ਉਹਨਾਂ ਦੀ ਆਸਾ ਛੱਡ ਦੇ। ਤੇ ਤਿਆਗੋ ਤਰੰਗ, ਤੇ ਜਿਹੜੇ ਹੋਰ ਤੇਰੇ ਮਨ ਦੇ ਵਿੱਚ ਫੁਰਨੇ ਉੱਠਦੇ ਨੇ, ਵਾਸ਼ਨਾਵਾਂ ਉੱਠਦੀਆਂ ਨੇ, ਇਹਨਾਂ ਦਾ ਵੀ ਤਿਆਗ ਕਰ। ਅਥਵਾ ਆਸ ਅਨਿਤ ਤਿਆਗੋ ਤਰੰਗ, ਜਿਹੜੀ ਝੂਠੀ ਆਸਾ ਦੀਆਂ ਤਰੰਗਾਂ ਤੇਰੇ ਅੰਦਰ ਪੈਦਾ ਹੋ ਰਹੀਆਂ ਨੇ, ਇਹਨਾਂ ਸਾਰੀਆਂ ਨੂੰ ਛੱਡ ਦੇ। ਸੰਤ ਜਨਾਂ ਕੀ ਧੂਰ ਮਨ ਮੰਗ। ਤੇ ਜਿਹੜੇ ਨਾਮ ਜਪਣ ਵਾਲੇ, ਸਵਾਸ ਸਿਮਰਨ ਕਰਨ ਵਾਲੇ ਮਹਾਂਪੁਰਖ ਨੇ, ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗਣਾ ਕਰ। ਮਨ ਸੰਬੋਧਨ ਵਿੱਚ ਸ਼ਬਦ ਵਰਤਿਆ ਹੈ, ਸੰਤ ਜਨਾਂ ਕੀ ਧੂੜ ਮਨ ਮੰਗ। ਐ ਮਨਾ, ਤੂੰ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਮੰਗ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਕਿਉਂਕਿ ਪੂਰਨ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੁੰਦੀ ਹੈ, ਉਹ ਵੱਡੇ ਵੱਡੇ ਪਾਪੀਆਂ ਦੇ ਪਾਪ ਵੀ ਧੋ ਦਿੰਦੀ ਹੈ, ਤੇ ਵੱਡੇ ਵੱਡੇ ਤੀਰਥ ਵੀ ਉਸ ਧੂੜੀ ਲਈ ਤਰਸਦੇ ਹਨ। ਆਪ ਛੋੜ ਬੇਨਤੀ ਕਰਹੁ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇੱਕ ਹੋਰ ਵੀ ਸਿੱਖਿਆ ਦਿੰਦੇ ਹਨ ਬਈ ਜਦੋਂ ਆਪਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ, ਬੇਨਤੀ, ਜੋਦੜੀ ਕਰਨੀ ਹੈ, ਤਾਂ ਉਸ ਵੇਲੇ ਸਾਡੇ ਮਨ ਦੇ ਵਿੱਚ ਕੋਈ ਹੰਕਾਰ ਨਹੀਂ ਹੋਣਾ ਚਾਹੀਦਾ ਬਈ ਮੈਂ ਪ੍ਰਧਾਨ ਹਾਂ, ਮੈਂ ਜਥੇਦਾਰ ਹਾਂ, ਜਾਂ ਕੋਈ ਮੈਂ ਵੱਡਾ ਮਾਇਆਧਾਰੀ ਹਾਂ। ਕਿਉਂਕਿ ਬੰਦੇ ਦੇ ਮਨ ਦੇ ਵਿੱਚ ਕਈ ਕਿਸਮਾਂ ਦਾ ਹੰਕਾਰ ਹੈ। ਵਿਦਿਆ ਦਾ ਹੰਕਾਰ, ਤਪੱਸਿਆ ਦਾ ਹੰਕਾਰ, ਸੇਵਾ ਦਾ ਹੰਕਾਰ, ਜਾਤੀ ਦਾ ਹੰਕਾਰ, ਪਤਾ ਹੀ ਨਹੀਂ ਕਿੰਨੇ ਕਿਸਮ ਦਾ ਹੰਕਾਰ ਹੈ। ਪਰ ਹਜ਼ੂਰ ਕਹਿੰਦੇ ਨੇ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ, ਆਪਾ ਪਾਪ ਛੱਡ ਕੇ, ਹੰਕਾਰ ਛੱਡ ਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰ। ਸਾਧ ਸੰਗ ਅਗਨ ਸਾਗਰ ਤਰਹੁ। ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਸਾਧ ਸੰਗਤ ਦੇ ਵਿੱਚ ਸਤਿਗੁਰੂ ਦੀ ਬਾਣੀ ਦਾ, ਸਤਿਗੁਰੂ ਦੇ ਚਰਨਾਂ ਦਾ, ਤੇ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਓਟ ਆਸਰਾ ਲੈ ਕੇ ਅਗਨ ਸਾਗਰ ਤਰਹੁ। ਇਹ ਜਿਹੜਾ ਸੰਸਾਰ ਅੱਗ ਦਾ ਸਮੁੰਦਰ ਹੈ, ਇਹ ਤੋਂ ਪਾਰ ਹੋ ਜਾ। ਇਹਦਾ ਮਤਲਬ ਇਹ ਹੈ, ਇੱਕ ਪਾਣੀ ਦਾ ਸਮੁੰਦਰ ਹੈ, ਪਰ ਸਤਿਗੁਰੂ ਨੇ ਇਸ ਸੰਸਾਰ ਨੂੰ ਅੱਗ ਦਾ ਸਮੁੰਦਰ ਲਿਖਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨ ਆਉਂਦੇ ਨੇ, ਤਿਤ ਸਰ ਵਰਡੈ ਪਈਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਇੱਕ ਐਸਾ ਸਾਗਰ ਬਣਾਇਆ ਹੈ, ਪਾਣੀ ਪਾਵਕ ਤਿਨਹਿ ਕੀਆ, ਜਿਸ ਦੇ ਵਿੱਚ ਉਸ ਰਚਨਹਾਰ ਨੇ ਪਾਣੀ ਦੀ ਥਾਂ ਅੱਗ ਨੂੰ ਪੈਦਾ ਕੀਤਾ ਹੋਇਆ। ਬਾਬਾ ਫਰੀਦ ਜੀ ਨੇ ਲਿਖਿਆ ਹੈ ਨਾ, ਫਰੀਦਾ ਮੈਂ ਜਾਣਿਆ ਦੁਖ ਮੁਝ ਕੋ, ਦੁਖ ਸੁਭਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਉਹ ਅੱਗ ਦਾ ਹੀ ਸਮੁੰਦਰ ਹੈ, ਜਿਸ ਪਾਸੇ ਮਰਜੀ ਨਿਗਾਹ ਮਾਰੋ ਸਾਰਾ ਸੰਸਾਰ ਤੁਹਾਨੂੰ ਸੜਦਾ ਬਲਦਾ ਹੀ ਨਜ਼ਰ ਆਵੇਗਾ। ਈਰਖਾ ਵਿੱਚ, ਹੰਕਾਰ ਵਿੱਚ, ਪਾਪਾਂ ਦੀ ਅੱਗ ਵਿੱਚ ਅਤੇ ਵਿਕਾਰਾਂ ਦੀ ਅੱਗ ਦੇ ਵਿੱਚ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਵੀ ਸਾਨੂੰ ਗੱਲ ਸਮਝਾਈ ਹੈ, ਹੰਸ, ਹੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਸੰਸਾਰ ਦੇ ਵਿੱਚ ਚਾਰ ਇਹ ਅੱਗ ਦੀਆਂ ਨਦੀਆਂ ਹਨ। ਇੱਕ ਹੰਕਾਰ, ਦੂਸਰਾ ਮੋਹ, ਤੀਸਰਾ ਲੋਭ ਤੇ ਚੌਥਾ ਕ੍ਰੋਧ। ਇਹ ਚਾਰ ਅੱਗ ਦੀਆਂ ਨਦੀਆਂ ਨੇ। ਤੇ ਜਿਹੜਾ ਬਈ ਇਹਨਾਂ ਦੇ ਵਿੱਚ ਡਿੱਗ ਪੈਂਦਾ ਹੈ ਉਹ ਸੜ ਕੇ ਭਸਮ ਹੋ ਜਾਂਦਾ ਹੈ। ਤੇ ਬਾਕੀ ਜਿਹੜਾ ਭਾਈ ਵਾਹਿਗੁਰੂ ਦੇ ਚਰਨੀ ਲੱਗ ਜਾਵੇ ਤੇ ਉਹੀ ਬਚ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਭਾਈ ਸਾਧ ਸੰਗਤ ਵਿੱਚ ਆਓ, ਸਤਿਗੁਰੂ ਦੀ ਸ਼ਰਨ ਲਓ,
ਤਿਸ ਅੱਗ ਦੇ ਸਾਗਰ ਨੂੰ ਪਾਰ ਕਰ ਲਵੋਗੇ। ਹਰ ਧਨ ਕੇ ਭਰ ਲਿਹੋ ਭੰਡਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨਾ ਤੂੰ ਹੋਰ ਤੇ ਮਾਇਆ ਦੇ ਖਜ਼ਾਨੇ ਜਮ੍ਹਾਂ ਕਰੀ ਜਾਣਾ ਹੈ, ਹੋਰ ਦੁਨੀਆ ਦੇ ਪਦਾਰਥ ਲੋੜ ਤੋਂ ਵੱਧ ਵੀ ਇਕੱਤਰ ਕਰੀ ਜਾਣਾ ਹੈ, ਪਰ ਇਹਦੇ ਨਾਲ ਨਾਲ ਵਾਹਿਗੁਰੂ ਦੇ ਨਾਮ ਰੂਪੀ ਧਨ ਦੇ ਵੀ ਭੰਡਾਰੇ ਭਰ ਲੈ। ਨਾਨਕ ਗੁਰ ਪੂਰੇ ਨਮਸਕਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਇਹਦੇ ਨਾਲ ਨਾਲ ਪੂਰੇ ਸਤਿਗੁਰੂ ਦੇ ਚਰਨਾਂ ਤੇ ਮੱਥਾ ਵੀ ਟੇਕਿਆ ਕਰ, ਭਾਵ ਸਤਿਗੁਰੂ ਦਾ ਸ਼ੁਕਰਾਨਾ ਵੀ ਕਰਿਆ ਕਰ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਪੂਰੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਇਸ ਲਈ ਕਰਨੀ ਹੈ ਕਿ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਕੀ ਸਰਣੀ ਪਾਈਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਈਐ। ਸਤਿਗੁਰੂ ਦੇ ਪਾਸੋਂ ਸਾਰੀਆਂ ਹੀ ਦਾਤਾਂ ਪ੍ਰਾਪਤ ਹੁੰਦੀਆਂ ਹਨ। ਖੇਮ ਕੁਸਲ ਸਹਿਜ ਆਨੰਦ। ਪੜ੍ਹ ਦਿਓ। ਸਾਧ ਸੰਗ ਭਜ ਪਰਮਾਨੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐ ਮਨ ਐ ਜੀਵ, ਸਾਧ ਸੰਗ, ਤੂੰ ਸਾਧ ਸੰਗਤ ਵਿੱਚ ਜਾ ਤੇ ਭਜ ਪਰਮਾਨੰਦ, ਉਸ ਪਰਮ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਇਹਦਾ ਫਲ ਕੀ ਹੋਵੇਗਾ? ਖੇਮ ਕੁਸਲ ਸਹਿਜ ਆਨੰਦ। ਖੇਮ ਦਾ ਅਰਥ ਹੈ ਸੁਰੱਖਿਆ, ਤੇ ਕੁਸਲ ਦਾ ਅਰਥ ਹੈ ਸੁਖ, ਤੇ ਸਹਿਜ ਦਾ ਅਰਥ ਹੈ ਗਿਆਨ, ਤੇ ਆਨੰਦ ਵਾਹਿਗੁਰੂ ਦੀ ਪ੍ਰਾਪਤੀ ਦਾ ਉਹ ਮਹਾਨ ਆਨੰਦ ਵੀ ਤੈਨੂੰ ਪ੍ਰਾਪਤ ਹੋਵੇਗਾ ਜਦੋਂ ਤੂੰ ਸਾਧ ਸੰਗਤ ਵਿੱਚ ਜਾ ਕੇ ਉਸ ਪਰਮ ਆਨੰਦ ਵਾਹਿਗੁਰੂ ਦਾ ਸਿਮਰਨ ਕਰੇਗਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਨੂੰ ਕਹਿੰਦੇ ਨੇ, ਜਾਂ ਖੇਮ ਕੁਸਲ ਦਾ ਅਰਥ ਇੱਕ ਮਹਾਂਪੁਰਖ ਇਹ ਵੀ ਕਰਦੇ ਸਨ, ਆ ਪ੍ਰਾਪਤੀ ਦੀ ਰੱਖਿਆ। ਜਿਹੜੀ ਚੀਜ਼ ਸਾਡੇ ਕੋਲ ਨਾ ਹੋਵੇ ਉਹਦੀ ਪ੍ਰਾਪਤੀ ਹੋ ਜਾਣੀ, ਤੇ ਜਿਹੜੀ ਸਾਡੇ ਕੋਲ ਹੈ ਉਹਦੀ ਸੁਰੱਖਿਆ ਹੋਣੀ। ਇਹ ਖੇਮ ਕੁਸਲ ਦੇ ਅਰਥ ਕਰਦੇ ਸਨ। ਹਜ਼ੂਰ ਕਹਿੰਦੇ ਨੇ, ਉਹ ਵਾਹਿਗੁਰੂ ਜਿਹੜੀਆਂ ਦਾਤਾਂ ਸਾਡੇ ਕੋਲ ਨਹੀਂ ਉਹ ਬਖਸ਼ਿਸ਼ ਕਰਦਾ ਹੈ, ਜਿਹੜੀਆਂ ਸਾਡੇ ਕੋਲ ਨੇ ਉਹਨਾਂ ਦੀ ਸੁਰੱਖਿਆ ਵੀ ਕਰਦਾ ਹੈ, ਤੇ ਫਿਰ ਸਹਿਜ ਆਤਮਕ ਅਡੋਲ ਅਵਸਥਾ ਤੇ ਵਾਹਿਗੁਰੂ ਦੇ ਮਿਲਾਪ ਦਾ ਆਨੰਦ ਵੀ ਬਖਸ਼ਿਸ਼ ਕਰਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜੇ ਸਾਰੇ ਫਲ ਪ੍ਰਾਪਤ ਕਰਨੇ ਨੇ ਫਿਰ ਸਾਧ ਸੰਗਤ ਵਿੱਚ ਜਾ ਕੇ ਵਾਹਿਗੁਰੂ ਦਾ ਸਿਮਰਨ ਕਰ। ਨਰਕ ਨਿਵਾਰ ਉਧਾਰਹੁ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਪਾਸੇ ਸਾਡੇ ਮਨ ਨੂੰ ਉਪਦੇਸ਼ ਦਿੰਦੇ ਹਨ, ਤੇ ਨਾਲ ਦੀ ਨਾਲ ਉਹਦਾ ਰਿਜ਼ਲਟ ਵੀ, ਉਹਦਾ ਫਲ ਵੀ ਨਾਲ ਦੀ ਨਾਲ ਹੀ ਦਰਸਾਈ ਜਾ ਰਹੇ ਹਨ। ਹਜ਼ੂਰ ਕਹਿੰਦੇ ਨੇ, ਐ ਜੀਵ, ਜੇ ਤੂੰ ਚਾਹੁੰਦਾ ਹੈ ਵੀ ਮੈਂ ਆਪਣੇ ਨਰਕਾਂ ਨੂੰ ਵੀ ਨਿਵਰਤ ਕਰ ਲਵਾਂ ਤੇ ਮੇਰਾ ਉਧਾਰ ਵੀ ਹੋ ਜਾਵੇ, ਫਿਰ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਫਿਰ ਉਸ ਗੋਬਿੰਦ ਦੇ ਗੁਣਾਂ ਨੂੰ ਗਾਇਆ ਕਰ ਤੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਪੀਆ ਕਰ, ਕਿਉਂਕਿ ਕੀਰਤਨ ਤੇ ਨਾਮ ਇਹ ਕਲਯੁਗ ਦੇ ਪ੍ਰਧਾਨ ਸਾਧਨ ਨੇ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਨਾਮ ਤੇ ਕੀਰਤਨ ਦੇ ਨਾਲ ਜੁੜ ਜਾਂਦਾ ਹੈ, ਉਹਨੂੰ ਰਾਜ ਯੋਗ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਮਹਾਰਾਜ ਦੇ ਬਚਨ ਨੇ, ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਨਾਮ ਜਪ ਕੇ ਸਾਰੀ ਰਾਜਿਆਂ ਵਾਲੀ ਮੌਜ ਤੇ ਖੁਸ਼ੀ ਪ੍ਰਾਪਤ ਹੁੰਦੀ ਹੈ, ਤੇ ਕੀਰਤਨ ਸੁਣਦਿਆਂ ਤੇ ਮਨ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ, ਯੋਗ ਦਾ ਵੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜੇ ਤੂੰ ਚਾਹੁੰਦਾ ਵੀ ਨਰਕਾਂ ਨੂੰ ਵੀ ਨਿਵਰਤ ਕਰ ਲਵਾਂ ਤੇ ਆਪਣੇ ਜੀਵ ਦਾ ਉਧਾਰ ਵੀ ਕਰ ਲਵਾਂ, ਫਿਰ ਉਸ ਗੋਬਿੰਦ ਦੇ ਗੁਣਾਂ ਨੂੰ ਗਾ ਤੇ ਉਸ ਦੇ ਨਾਮ ਅੰਮ੍ਰਿਤ ਰਸ ਨੂੰ ਪੀ। ਚਿਤ ਚਿਤਵਹੁ ਨਾਰਾਇਣ ਏਕ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨਾ, ਤੂੰ ਉਸ ਇੱਕ ਨਾਰਾਇਣ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਚਿੱਤ ਵਿੱਚ, ਚਿਤਵਹੁ ਦਾ ਅਰਥ ਹੈ ਚੇਤੇ ਕਰਿਆ ਕਰ, ਭਾਵ ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰ। ਏਕ ਰੂਪ ਜਾ ਕੇ ਰੰਗ ਅਨੇਕ। ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਅਨੇਕਾਂ ਰੰਗ ਨੇ। ਪਸਰੇ ਹੋ ਆਪ ਹੋਏ ਅੰਤ ਤਰੰਗ, ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ।
ਤੇ ਉਹ ਵਾਹਿਗੁਰੂ, ਜਿਸ ਵਾਹਿਗੁਰੂ ਦੇ ਅਨੇਕਾਂ ਰੰਗ ਨੇ ਪਰ ਵਾਸਤਵ ਦੇ ਵਿੱਚ ਏਕ ਰੂਪ, ਉਹ ਇੱਕੋ ਹੀ ਰੂਪ ਦੇ ਵਿੱਚ ਬਿਰਾਜਮਾਨ ਰਹਿੰਦਾ ਹੈ। ਜਿਵੇਂ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੋਹਲੇ ਬਾਣੀ ਦੇ ਵਿੱਚ ਫਰਮਾਇਆ ਹੈ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੀ ਕੀਤੇ ਵੇਸ। ਸੂਰਜ ਇੱਕ ਹੁੰਦਾ ਹੈ ਪਰ ਰੁੱਤਾਂ ਅਨੇਕਾਂ ਬਦਲਦੀਆਂ ਰਹਿੰਦੀਆਂ ਨੇ। ਇਸੇ ਤਰ੍ਹਾਂ ਉਹ ਵਾਹਿਗੁਰੂ ਦਾ ਜਿਹੜਾ ਵਾਸਤਵ ਸਰੂਪ ਹੈ ਸਤ ਚਿਦ ਆਨੰਦ, ਉਹ ਤੇ ਇੱਕ ਰਸ ਬਣਿਆ ਰਹਿੰਦਾ ਹੈ। ਪਰ ਅੱਗੇ ਜੋ ਸੰਸਾਰ ਦੇ ਅਨੇਕਾਂ ਰੰਗ ਨੇ ਉਹ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਪੈਦਾ ਕਰ ਰਿਹਾ ਹੈ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਜੀਗਰ ਦਾ ਵੀ ਦ੍ਰਿਸ਼ਟਾਂਤ ਦਿੱਤਾ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਤੇ ਨਾਲ ਹੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੱਗੇ ਬੀਜ ਦਾ ਵੀ ਦ੍ਰਿਸ਼ਟਾਂਤ ਦਿੱਤਾ ਹੈ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਸਤਿਗੁਰੂ ਕਹਿੰਦੇ ਨੇ ਆਪਾਂ ਬੀਜ ਬੀਜਦੇ ਹਾਂ। ਪਹਿਲਾਂ ਤੇ ਬੀਜ ਇੱਕ ਸੂਖਮ ਰੂਪ ਦੇ ਵਿੱਚ ਹੀ ਹੁੰਦਾ ਹੈ, ਇੱਕ ਰੂਪ ਹੀ ਉਹਦਾ ਨਜ਼ਰ ਆਉਂਦਾ ਹੈ। ਪਰ ਜਦੋਂ ਬੀਜ ਬੀਜਿਆ ਜਾਵੇ ਤੇ ਫਿਰ ਜਦੋਂ ਉੱਗਦਾ ਨਾ, ਕਈ ਰੰਗ ਉਸ 'ਤੇ ਬਦਲ ਜਾਂਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਤਰ੍ਹਾਂ ਉਸ ਵਾਹਿਗੁਰੂ ਦਾ ਸਿਮਰਨ ਕਰ, ਮਨ ਨੂੰ ਸਮਝਾਉਂਦੇ ਨੇ, ਜਿਸ ਵਾਹਿਗੁਰੂ ਦੇ ਅਨੇਕਾਂ ਹੀ ਰੰਗ ਧਾਰਨ ਕੀਤੇ ਹੋਏ ਨੇ ਪਰ ਵਾਸਤਵ ਦੇ ਵਿੱਚ ਉਹਦਾ ਇੱਕੋ ਹੀ ਸਤਿਚਿਤ ਆਨੰਦ ਸਰੂਪ ਹੈ। ਗੋਪਾਲ ਦਾਮੋਦਰ ਦੀਨ ਦਇਆਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸਾਰੇ ਵਾਹਿਗੁਰੂ ਦੇ ਨਾਮ ਨੇ। ਉਹ ਅਕਾਲ ਪੁਰਖ ਵਾਹਿਗੁਰੂ ਗੋਪਾਲ ਪ੍ਰਿਥਵੀ ਦਾ ਪਾਲਕ ਹੈ। ਦਾਮੋਦਰ ਉਹ ਵਾਹਿਗੁਰੂ ਪਰਮੇਸ਼ਰ ਮਾਇਆ ਰੂਪੀ ਰੱਸੀ ਨੂੰ ਸੰਕਲਪ ਰੂਪੀ ਪੇਟ ਦੇ ਆਲੇ ਦੁਆਲੇ ਵਲ ਕੇ ਰੱਖਣ ਵਾਲਾ ਹੈ। ਭਾਵ ਮਾਇਆ ਉਸ ਦੇ ਅਧੀਨ ਹੈ। ਤੇ ਦੀਨ ਦਇਆਲ ਉਹ ਗਰੀਬਾਂ ਤੇ ਆਜਜ਼ਾਂ ਤੇ ਦਿਆਲਤਾ ਕਰਨ ਵਾਲਾ ਹੈ। ਦੁੱਖ ਭੰਜਨ ਪੂਰਨ ਕਿਰਪਾਲ। ਤੇ ਉਹ ਵਾਹਿਗੁਰੂ ਸਾਰੇ ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲਾ ਹੈ ਤੇ ਪੂਰਨ ਕਿਰਪਾਲੂ ਦਿਆਲੂ ਸਰੂਪ ਹੈ। ਇਹਦਾ ਮਤਲਬ ਇਹ ਹੈ, ਪੂਰਨ ਕਿਰਪਾਲ ਇਸ ਲਈ ਆਖਿਆ ਹੈ, ਕਈ ਵਾਰੀ ਸਾਡੇ ਮਨ ਦੇ ਵਿੱਚ ਭੁਲੇਖਾ ਆਉਂਦਾ ਬਈ ਪਤਾ ਨਹੀਂ ਸਾਡੇ ਤੇ ਉਹ ਪਰਮੇਸ਼ਰ ਕਿਧਰੇ ਨਾਰਾਜ਼ ਹੀ ਨਾ ਹੋ ਗਿਆ ਹੋਵੇ। ਕਿਉਂਕਿ ਜਦੋਂ ਬੰਦੇ ਨੂੰ ਕਿਧਰੇ ਕੋਈ ਬਿਮਾਰੀ, ਕੋਈ ਦੁੱਖ, ਕੋਈ ਕਸ਼ਟ ਆ ਕੇ ਘੇਰ ਲੈਂਦਾ ਹੈ, ਕੋਈ ਮੁਸੀਬਤ ਪੈ ਜਾਂਦੀ ਹੈ, ਉਸ ਵੇਲੇ ਹਰ ਆਦਮੀ ਦੇ ਮਨ ਵਿੱਚ ਭੁਲੇਖਾ ਪੈਦਾ ਹੁੰਦਾ ਵੀ ਮੇਰੇ ਤੇ ਸ਼ਾਇਦ ਰੱਬ ਹੀ ਨਾਰਾਜ਼ ਹੋ ਗਿਆ, ਰੱਬ ਹੀ ਗੁੱਸੇ ਹੋ ਗਿਆ, ਆਹ ਦੁੱਖ ਆਹ ਕਸ਼ਟ ਇਸੇ ਲਈ ਤਾਂ ਮੇਰੇ ਤੇ ਆਇਆ। ਪਰ ਹਜ਼ੂਰ ਕਹਿੰਦੇ ਸਾਡਾ ਬਹੁਤ ਵੱਡਾ ਭੁਲੇਖਾ ਹੈ। ਉਹ ਤੇ ਪੂਰਨ ਕਿਰਪਾਲੂ ਹੈ, ਉਹ ਤੇ ਕਿਰਪਾ ਦਾ ਘਰ ਹੈ। ਉਹਦੇ ਮਨ ਦੇ ਵਿੱਚ ਗੁੱਸਾ ਕਦੀ ਆਉਂਦਾ ਹੀ ਨਹੀਂ। ਸਾਨੂੰ ਇਹ ਸੋਚਣਾ ਚਾਹੀਦਾ ਹੈ, ਉਹ ਵਾਹਿਗੁਰੂ ਸਾਚਾ ਸਾਹਿਬ ਸਦ ਮਿਹਰਬਾਨ, ਉਹ ਤੇ ਸਦਾ ਹੀ ਮਿਹਰਾਂ ਦਾ ਸਾਈਂ ਹੈ। ਉਹ ਤੇ ਜਦੋਂ ਤਰੁੱਠਦਾ ਹੈ ਬੱਦਲ ਵਾਂਗੂ ਵਰਸਦਾ ਹੈ ਤੇ ਖੁੱਲੀਆਂ ਦਾਤਾਂ ਵੰਡ ਰਿਹਾ ਹੈ। ਉਹਦੇ ਮਨ ਦੇ ਵਿੱਚ ਕਦੇ ਗੁੱਸਾ ਆਉਂਦਾ ਹੀ ਨਹੀਂ ਹੈ। ਇਹ ਤੇ ਬੰਦੇ ਦੇ ਆਪਣੇ ਮਨ ਦਾ ਭੁਲੇਖਾ ਹੁੰਦਾ ਹੈ। ਜਿਹੜਾ ਦੁੱਖ ਤੇ ਸੁੱਖ ਹੈ ਇਹ ਮਨੁੱਖ ਦੇ ਜੀਵ ਦੇ ਆਪਣੇ ਕਰਮਾਂ ਦਾ ਫਲ ਹੁੰਦਾ ਹੈ। ਇਹ ਗੱਲ ਚੇਤੇ ਰੱਖੋ, ਜੋ ਵੀ ਅਸੀਂ ਚੰਗਾ ਮਾੜਾ ਕਰਮ ਕਰਦੇ ਹਾਂ ਉਹਦਾ ਫਲ ਸਾਨੂੰ ਦੁੱਖ ਜਾਂ ਸੁੱਖ ਰੂਪ ਦੇ ਵਿੱਚ ਮਿਲਦਾ ਹੈ। ਇਹਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਉੱਤੇ ਦਾ ਕੋਈ ਦੋਸ਼ ਦੇਣਾ ਨਹੀਂ ਬਣਦਾ। ਕਰਮ ਜੀਵ ਦੇ ਨੇ, ਉਹਦਾ ਫਲ ਸਾਨੂੰ ਭੋਗਣਾ ਪੈ ਰਿਹਾ ਹੈ। ਤੇ ਪਰਮੇਸ਼ਰ ਤੇ ਫਿਰ ਵੀ ਦਿਆਲੂ ਹੈ। ਜੇ ਆਪਾਂ ਫਿਰ ਵੀ ਉਹਦੀ ਸ਼ਰਨ ਲੈ ਲਈਏ ਤੇ ਉਹ ਵਾਹਿਗੁਰੂ ਪਰਮੇਸ਼ਰ ਸੂਲੀ ਤੋਂ ਸੂਲ ਵੀ ਬਣਾ ਦਿੰਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾ ਰਹੇ ਨੇ ਵੀ ਕਿਤੇ ਇਹ ਨਾ ਬੰਦਾ ਸੋਚੀ ਜਾਵੇ ਜਦੋਂ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਵੀ ਪਤਾ ਨਹੀਂ ਰੱਬ ਹੀ ਮੇਰੇ ਤੇ ਗੁੱਸੇ ਹੋਇਆ ਹੈ। ਬਹੁਤੇ ਲੋਕ ਇਹ ਕਹਿ ਦਿੰਦੇ ਨੇ ਜਦੋਂ ਕੋਈ ਮੁਸੀਬਤ ਪੈਂਦੀ, ਦੁੱਖ ਆਉਂਦਾ ਹੈ, ਪਤਾ ਨਹੀਂ ਰੱਬ ਮੇਰੇ ਨਾਲ ਹੀ ਇਹ ਕਿਉਂ ਇਸ ਤਰ੍ਹਾਂ ਕਰ ਰਿਹਾ ਹੈ। ਪਰ ਉਹ ਵਾਹਿਗੁਰੂ ਕੁਝ ਨਹੀਂ ਕਰ ਰਿਹਾ ਹੁੰਦਾ। ਉਹ ਤੇ ਪੂਰਨ ਦਿਆਲੂ ਕਿਰਪਾਲੂ ਹੈ। ਇਹ ਜੀਵ ਆਪਣੇ ਕਰਮਾਂ ਦਾ ਫਲ ਭੋਗ ਰਿਹਾ ਹੈ। ਪਰ ਫਿਰ ਵੀ ਜੇ ਦੁੱਖ ਦੇ ਵਿੱਚ ਵੀ ਜੀਵ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੇ ਤੇ ਫਿਰ ਉਹ ਦੁੱਖ ਵੀ ਸੁੱਖ ਦੇ ਵਿੱਚ ਬਦਲ ਜਾਂਦਾ ਹੈ। ਦੁੱਖ ਵਿੱਚ ਸੁਖ ਮਨਾਈ ਵਾਲੀ ਅਵਸਥਾ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਇਸੇ ਲਈ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਆਖੇ ਨੇ, ਅਸਲੀ ਜਿਹੜਾ ਪੂਰਨ ਜੀਵਨ ਮੁਕਤ ਪੁਰਸ਼ ਉਹ ਹੁੰਦਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ।
ਸੁਖ ਸਨੇਹੋ ਔਰ ਪੈ ਨਹੀਂ ਜਾਕੇ ਕੰਚਨ ਮਾਟੀ ਮੰਨੈ। ਇਹਦਾ ਮਤਲਬ ਇਹ ਹੈ, ਜਿਹੜਾ ਆਦਮੀ ਦੁੱਖ ਵਿੱਚ ਵੀ ਰਹਿੰਦਾ ਹੋਇਆ ਦੁੱਖ ਨੂੰ ਦੁੱਖ ਮੰਨਦਾ ਨਹੀਂ। ਇਹ ਇੱਕ ਬੜੀ ਸੁੰਦਰ ਗੱਲ ਗੁਰੂ ਮਹਾਰਾਜ ਨੇ ਆਖੀ ਹੈ। ਆਮ ਲੋਕਾਂ ਦਾ ਇਹ ਇੱਕ ਖਿਆਲ ਬਣਿਆ ਹੋਇਆ ਹੈ, ਜਿਹੜਾ ਮਨੁੱਖ ਬਾਣੀ ਪੜ੍ਹਦਾ, ਸਿਮਰਨ ਕਰਦਾ, ਭਗਤੀ ਕਰਦਾ, ਵੀ ਉਹਦੇ ਨੇੜੇ ਤਾਂ ਦੁੱਖ ਆਉਣਾ ਹੀ ਨਹੀਂ ਚਾਹੀਦਾ। ਅਕਸਰ ਆਪਾਂ ਇਹ ਗੱਲ ਕਹਿੰਦੇ ਹਾਂ ਵੀ ਜਿਹੜਾ ਬੰਦਾ ਰੱਬ ਦੀ ਭਗਤੀ ਕਰਦਾ ਹੈ ਉਹਦੇ ਨੇੜੇ ਤਾਂ ਦੁੱਖ ਆਉਣਾ ਹੀ ਨਹੀਂ ਚਾਹੀਦਾ। ਕਿਉਂ ਆਉਂਦਾ ਹੈ? ਫਿਰ ਲੋਕ ਇਹ ਵੀ ਕਹਿੰਦੇ ਨੇ ਫਲਾਨਾ ਬੰਦਾ ਇੰਨਾ ਪਾਠ ਕਰਦਾ ਸੀ, ਇੰਨਾ ਰੱਬ ਦਾ ਨਾਂ ਲੈਂਦਾ ਸੀ ਤੇ ਉਹ ਔਖਾ ਹੋ ਕੇ ਮਰਿਆ, ਉਹਦੇ ਤੇ ਆਹ ਕਸ਼ਟ ਆਇਆ। ਅਕਸਰ ਲੋਕਾਂ ਦੇ ਮੂੰਹੋਂ ਤੁਸੀਂ ਇਹ ਗੱਲਾਂ ਸੁਣਦੇ ਹੋਵੋਗੇ। ਪਰ ਇਹਦਾ ਮਤਲਬ ਇਹ ਹੈ ਵੀ ਸਰੀਰ ਕਰਕੇ ਚਾਹੇ ਸਾਨੂੰ ਕਿੰਨਾ ਵੀ ਕੋਈ ਦੁਖੀ ਪ੍ਰਤੀਤ ਹੋਵੇ, ਪਰ ਅਸਲੀ ਜਿਹੜੀ ਉਹਦੇ ਮਨ ਦੀ ਅਵਸਥਾ ਨੂੰ ਦੇਖਣ ਦੀ ਲੋੜ ਹੁੰਦੀ ਹੈ। ਇਹ ਗੱਲ ਚੰਗੀ ਤਰ੍ਹਾਂ ਸਾਨੂੰ ਧਿਆਨ ਦੇ ਨਾਲ ਸੁਣ ਲੈਣੀ ਚਾਹੀਦੀ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਪੂਰਨ ਪੁਰਖ ਹੁੰਦਾ ਹੈ ਉਹ ਦੁੱਖ ਵਿੱਚ ਰਹਿੰਦਾ ਹੋਇਆ ਦੁੱਖ ਨੂੰ ਮਹਿਸੂਸ ਨਹੀਂ ਕਰਦਾ, ਉਹਦਾ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਤੇ ਜਿਹੜਾ ਆਮ ਅਗਿਆਨੀ ਪੁਰਖ ਹੁੰਦਾ ਹੈ, ਜਦੋਂ ਮਾੜਾ ਮੋਟਾ ਦੁੱਖ ਆ ਜਾਂਦਾ ਹੈ ਤੇ ਉਸ ਵੇਲੇ ਉਹਦਾ ਮਨ ਡੋਲ ਜਾਂਦਾ ਹੈ। ਜਿਵੇਂ ਇਤਿਹਾਸ ਵਿੱਚ ਪ੍ਰਸੰਗ ਆਉਂਦਾ ਹੈ, ਜਦੋਂ ਬੰਦਾ ਸਿੰਘ ਬਹਾਦਰ ਨੂੰ ਫਿਰੋਕਸ਼ੀਅਰ ਬਾਦਸ਼ਾਹ ਨੇ ਕੈਦ ਕੀਤਾ, ਤਰ੍ਹਾਂ ਤਰ੍ਹਾਂ ਦੇ ਅਣਮਨੁੱਖੀ ਤਸੀਹੇ ਵੀ ਦਿੱਤੇ, ਜੰਬੂਰਾਂ ਦੇ ਨਾਲ ਨਹੁੰ ਵੀ ਖਿੱਚੇ, ਮਾਸ ਵੀ ਨੋਚਿਆ ਤੇ ਅੱਖਾਂ ਵਿੱਚ ਤੋੜ ਵੀ ਫੇਰੇ, ਤੇ ਫਿਰ ਉਸ ਤੋਂ ਬਾਅਦ ਸੰਗਲ ਪਾ ਕੇ ਹਾਥੀ ਦੇ ਮਗਰ ਵੀ ਘਸੀਟਿਆ, ਬੜਾ ਕੁਛ ਕੀਤਾ। ਪਰ ਅਖੀਰ ਤੇ ਜਦੋਂ ਉਹਨਾਂ ਦੇਖਿਆ ਵੀ ਤੇ ਕਿਸੇ ਤਰ੍ਹਾਂ ਵੀ ਦੁੱਖ ਨੂੰ ਦੁੱਖ ਮੰਨਦਾ ਨਹੀਂ ਹੈ, ਤੇ ਫਿਰ ਉਹਨਾਂ ਨੇ ਉਸ ਦੇ 4 ਸਾਲ ਦੇ ਪੁੱਤਰ ਨੂੰ ਉਹਦੀਆਂ ਅੱਖਾਂ ਦੇ ਸਾਹਮਣੇ ਕਤਲ ਕੀਤਾ, ਤੇ ਫਿਰ ਉਹਦਾ ਧੜਕਦਾ ਦਿਲ ਕਾਲਜਾ ਕੱਢ ਕੇ ਉਹਦੇ ਸਾਹਮਣੇ ਲੈ ਆਏ ਤੇ ਉਹਨੂੰ ਕਹਿਣ ਲੱਗੇ, ਨਹੀਂ ਤੇ ਹੁਣ ਵੀ ਸਾਡੀ ਈਨ ਮੰਨ ਲੈ, ਨਹੀਂ ਇਹ ਤੇਰੇ ਪੁੱਤਰ ਦਾ ਕਾਲਜਾ ਤੇਰੇ ਮੂੰਹ ਵਿੱਚ ਤੁੰਨਿਆ ਜਾਵੇਗਾ। ਤੇ ਬੰਦਾ ਸਿੰਘ ਬਹਾਦਰ ਜਿਹਦੇ ਉੱਤੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਸੀ, ਉਹ ਉਸ ਵੇਲੇ ਵੀ ਮੁਸਕਰਾਇਆ, ਉਸ ਵੇਲੇ ਵੀ ਹੱਸਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ। ਤੇ ਉਸ ਵੇਲੇ ਜਲਾਦ ਵੀ ਹੈਰਾਨ ਹੋ ਗਏ, ਫਿਰੋਕਸ਼ੀਅਰ ਬਾਦਸ਼ਾਹ ਵੀ ਹੈਰਾਨ ਹੋ ਗਿਆ। ਉਹ ਕਹਿਣ ਲੱਗਾ, ਕਿਹੜੀ ਮਿੱਟੀ ਦਾ ਬਣਿਆ ਹੋਇਆ? ਮਨੁੱਖ ਦੇ ਲਈ ਇਦੋਂ ਵੱਡਾ ਹੋਰ ਕਸ਼ਟ ਕੀ ਹੋ ਸਕਦਾ ਹੈ? ਪੁੱਤਰ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਤੁੰਨਿਆ ਜਾਵੇ, ਕੋਈ ਹੋ ਸਕਦਾ? ਕਦੇ ਸੋਚ ਕੇ ਦੇਖੋ। ਪਰ ਗੁਰੂ ਦੇ ਸਿੱਖ ਨੂੰ ਉਸ ਵੇਲੇ ਵੀ ਦੁੱਖ ਮਹਿਸੂਸ ਨਹੀਂ ਹੋਇਆ। ਇਹ ਹੈ ਅਸਲੀ ਚੜ੍ਹਦੀ ਕਲਾ ਦੀ ਅਵਸਥਾ। ਦੁੱਖ ਤਾਂ ਆਉਂਦਾ ਹੈ ਪਰ ਉਹਦੇ ਮਨ ਨੂੰ ਦੁੱਖ ਅਸਰ ਨਹੀਂ ਕਰਦਾ। ਇਹ ਅਸਲੀ ਗੱਲ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜਾ ਦੁੱਖ ਤੇ ਸੁੱਖ ਹੈ ਜੀਵ ਦੇ ਆਪਣੇ ਕਰਮਾਂ ਦਾ ਫਲ ਹੁੰਦਾ ਹੈ, ਤੇ ਸਾਨੂੰ ਐਵੇਂ ਨਹੀਂ ਉਸ ਵੇਲੇ ਕਿਸੇ ਤੇ ਦੋਸ਼ ਦੇਣਾ ਚਾਹੀਦਾ ਜਾਂ ਰੱਬ ਨੂੰ ਕੋਸਣਾ ਚਾਹੀਦਾ ਹੈ। ਉਹ ਤੇ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਪੂਰਨ ਕਿਰਪਾਲੂ ਸਰੂਪ ਹੈ। ਸਿਮਰ ਸਿਮਰ ਨਾਮ ਬਾਰੰਬਾਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨ ਨੂੰ ਕਹਿੰਦੇ ਨੇ ਕਿ ਮਨਾ ਵੀ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਇੱਕ ਵਾਰ ਹੀ ਨਹੀਂ, ਬਾਰ-ਬਾਰ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ, ਰਸਨਾ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ, ਮਨ ਕਰਕੇ ਵੀ, ਸਵਾਸ ਕਰਕੇ ਵੀ, ਰੋਮ ਰੋਮ ਕਰਕੇ ਵੀ। ਸਿਮਰ ਸਿਮਰ ਨਾਮ ਬਾਰੰਬਾਰ, ਵੀ ਤੂੰ ਬਾਰ-ਬਾਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ। ਹੁਣ ਆਮ ਲੋਕੀ ਜਿਹੜੇ ਬਹੁਤੇ ਪੜ੍ਹੇ ਲਿਖੇ ਨੇ ਨਾ, ਉਹ ਇੱਥੇ ਆ ਕੇ ਇੱਕ ਹੋਰ ਵੀ ਸਵਾਲ ਕਰ ਦਿੰਦੇ ਨੇ, ਕਹਿੰਦੇ ਰੋਜ਼ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ? ਰੋਜ਼ ਸਿਮਰਨ ਕਰਨ ਦਾ, ਨਾਮ ਜਪਣ ਦਾ ਕੀ ਫਾਇਦਾ ਹੈ? ਤੁਸੀਂ ਇੱਕ ਵਾਰੀ ਪਾਠ ਕਰ ਲਿਆ ਬਸ ਠੀਕ ਹੈ, ਬਾਰ-ਬਾਰ ਰੱਬ ਦਾ ਨਾਂ ਕਿਸ ਵਾਸਤੇ ਲੈਣਾ ਹੈ? ਬਹੁਤੇ ਤਾਂ ਇਹ ਵੀ ਗੱਲ ਕਹਿ ਦਿੰਦੇ ਨੇ, ਕਹਿੰਦੇ ਤੁਸੀਂ ਤਾਂ ਅੱਧੀ ਰਾਤ ਨੂੰ ਹੀ ਰੱਬ ਨੂੰ ਜਗਾ ਲੈਂਦੇ ਹੋ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਰੱਬ ਦਾ ਨਾਮ ਜਪਦੇ ਆ, ਕਹਿੰਦੇ ਤੁਸੀਂ ਤਾਂ ਰਾਤ ਨੂੰ ਵੀ ਰੱਬ ਨੂੰ ਸੌਣ ਨਹੀਂ ਦਿੰਦੇ, ਤੁਹਾਡੇ ਤੇ ਰੱਬ ਕਿਵੇਂ ਖੁਸ਼ ਹੋਵੇਗਾ? ਕਿਉਂਕਿ ਮਨਮੁਖ ਲੋਕ ਨੇ, ਬੜੀਆਂ ਗੱਲਾਂ ਕਰਦੇ ਰਹਿੰਦੇ ਨੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਵਾਹਿਗੁਰੂ ਪੂਰਨ ਕਿਰਪਾਲੂ ਹੈ ਤੇ ਬਾਰ-ਬਾਰ ਉਹਦਾ ਤੁਹਾਨੂੰ ਨਾਮ ਚੇਤੇ ਕਰਨਾ ਚਾਹੀਦਾ ਹੈ। ਤੇ ਕਈ ਕਹਿੰਦੇ ਫਿਰ ਬਾਰ-ਬਾਰ ਚੇਤੇ ਕਰਨ ਦਾ ਕੀ ਫਾਇਦਾ ਹੈ? ਬਾਰ-ਬਾਰ ਚੇਤੇ ਕਰਨ ਦਾ ਮਤਲਬ ਇਹ ਹੈ
ਵੀ ਉਹ ਸਾਡੇ ਮਨ ਵਿੱਚ ਵਸ ਜਾਵੇ, ਸਾਡੀ ਯਾਦ ਦਾ ਹਿੱਸਾ ਬਣ ਜਾਵੇ। ਤੇ ਫਿਰ ਜਦੋਂ ਸਾਡੀ ਯਾਦ ਦਾ ਹਿੱਸਾ ਬਣ ਜਾਵੇ ਤੇ ਫਿਰ ਸਾਨੂੰ ਯਤਨ ਕਰਨ ਦੀ ਲੋੜ ਵੀ ਨਹੀਂ ਪਵੇਗੀ, ਆਪਣੇ ਆਪ ਹੀ ਸਿਮਰਨ ਹੋਵੇਗਾ। ਪਰ ਜਿੰਨਾ ਚਿਰ ਸਾਡੀ ਯਾਦ ਦਾ ਹਿੱਸਾ ਨਹੀਂ ਬਣਦਾ, ਸਤਿਗੁਰੂ ਕਹਿੰਦੇ ਸਿਮਰ ਸਿਮਰ ਨਾਮ ਬਾਰੰਬਾਰ, ਵੀ ਉਹਨਾਂ ਚਿਰ ਕਹਿੰਦੇ ਤੂੰ ਬਾਰ-ਬਾਰ ਸਿਮਰਨ ਕਰੀ ਚੱਲ। ਜਿਵੇਂ ਸਿਆਣਾ ਟੀਚਰ ਉਹ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ ਤੇ ਜਿਹੜਾ ਉਹਨਾਂ ਨੂੰ ਕੋਈ ਲੈਸਨ ਦਿੰਦਾ ਹੈ ਤੇ ਉਹਨਾਂ ਨੂੰ ਕਹਿੰਦਾ ਵੀ ਉਹਨੂੰ ਯਾਦ ਕਰੋ, ਬਾਰ-ਬਾਰ ਇਸ ਨੂੰ ਪੜ੍ਹੋ, ਇਹ ਤੁਹਾਡੇ ਤਾਂ ਹੀ ਯਾਦ ਹੋ ਸਕਦਾ। ਜੇ ਹੁਣ ਬੱਚੇ ਕਹਿਣ ਵੀ ਇੱਕ ਵਾਰੀ ਅਸੀਂ ਤੇ ਪੜ੍ਹ ਲਿਆ, ਹੁਣ ਅਸੀਂ ਬਾਰ-ਬਾਰ ਕਿਉਂ ਪੜ੍ਹੀਏ, ਫਿਰ ਉਹ ਯਾਦ ਨਹੀਂ ਹੋਵੇਗਾ, ਫਿਰ ਉਹ ਪੇਪਰ ਨਹੀਂ ਦੇ ਸਕਣਗੇ, ਪਾਸ ਨਹੀਂ ਹੋ ਸਕਣਗੇ।